ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰਭੂਜੋਤ ਐਜੂਕੇਸ਼ਨ ਕੰਸਲਟੈਂਟ ਤੋਂ ਮੈਂ ਪ੍ਰਭੂਜੋਤ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹੈ। ਅੱਜ ਜੋ ਮੈਂ ਵੀਡੀਓ ਬਣਾਉਣ ਲੱਗਿਆ ਉਹਦੇ ਵਿੱਚ ਮੈਂ ਜਾਣਕਾਰੀ ਦੇਣਾ ਚਾਹਾਂਗਾ ਯੂਕੇ ਸਟੱਡੀ ਵੀਜ਼ਾ ਦੇ ਬਾਰੇ। ਯੂਕੇ ਸਟੱਡੀ ਵੀਜ਼ਾ ਦਾ ਜੋ ਨੈਕਸਟ ਇਨਟੇਕ ਆਉਣ ਲੱਗਿਆ ਉਹ ਹੈਗਾ ਜਨਵਰੀ 2021 ਦਾ। ਤੋ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ, ਤੁਹਾਨੂੰ ਸਮਝਾਵਾਂਗਾ ਕੀ ਹੁੰਦਾ, ਪ੍ਰੋਸੈਸ ਕੀ ਹੈਗਾ ਯੂਕੇ ਸਟੱਡੀ ਵੀਜ਼ਾ ਦਾ, ਨਵਾਂ ਪੁਆਇੰਟ ਸਿਸਟਮ ਦੇ ਅਕੋਰਡਿੰਗਲੀ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ ਔਰ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਹੋਏਗੀ, ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੋਏਗੀ, ਕਿੰਨੇ ਫੰਡਸ ਦੀ ਰਿਕੁਆਇਰਮੈਂਟ ਹੋਏਗੀ। ਇਹ ਸਾਰੀ ਚੀਜ਼ਾਂ ਵੀਡੀਓ ਦੇ ਵਿੱਚ ਅੱਜ ਮੈਂ ਗੱਲਬਾਤ ਕਰਾਂਗਾ, ਸ਼ੇਅਰ ਕਰਾਂਗਾ ਤੁਹਾਡੇ ਨਾਲ। ਤੇ ਇੱਕ ਰਿਕੁਐਸਟ ਰਹੂਗੀ ਕਿ ਤੁਸੀਂ ਪਲੀਜ਼ ਇਹ ਸਾਰੀ ਪੂਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਔਰ ਅਗਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਪਲੀਜ਼ ਆਪਣੇ ਨੀਅਰ ਐਂਡ ਡੀਅਰ ਵਨਸ ਤੱਕ ਸ਼ੇਅਰ ਕਰ ਸਕਦੇ ਹੋ। ਤੇ ਨਾਲ ਹੀ ਜੋ ਵੀ ਇੱਛੁਕ ਹੈਗੇ ਨੇ, ਜੋ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਸਟੂਡੈਂਟਸ, ਉਹਨਾਂ ਨੂੰ ਵੀ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ। ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਸਾਰੇ ਵਿਊਵਰਸ ਦਾ ਬਹੁਤ ਥੈਂਕ ਯੂ ਕਹਿਣਾ ਚਾਹੁੰਦਾ। ਥੈਂਕ ਯੂ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਵਾਸਤੇ। ਸਾਡੇ ਪੇਜ ਨੂੰ, ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਤੁਸੀਂ YouTube ਤੇ ਵੀਡੀਓਜ਼ ਵਾਚ ਕਰ ਰਹੇ ਹੋ ਔਰ ਤੁਸੀਂ ਫੇਸਬੁੱਕ ਤੇ ਵੀ ਬਹੁਤ ਸਪੋਰਟ ਕਰ ਰਹੇ ਹੋ। ਤਹਿ ਦਿਲੋਂ ਥੈਂਕ ਯੂ ਕਰਨਾ ਚਾਹੁੰਦਾ ਸਾਰੇ ਵਿਊਵਰਸ ਦਾ। ਔਰ ਜਿੰਨਾ ਵੀ ਸਪੋਰਟ ਤੁਸੀਂ ਦੇ ਰਹੇ ਹੋ, ਜਿੰਨਾ ਪਿਆਰ ਦੇ ਰਹੇ ਹੋ ਔਰ ਜਿੰਨਾ ਮਾਣ ਬਖਸ਼ ਰਹੇ ਹੋ, ਤੇ ਹੋਪ ਮੈਂ ਹੀ ਇਸੇ ਤਰੀਕੇ ਨਾਲ ਤੁਹਾਨੂੰ ਜੈਨੂਇਨ ਗਾਈਡੈਂਸ ਪ੍ਰੋਵਾਈਡ ਕਰਦੇ ਰਹਾਂ। ਕਿਉਂਕਿ ਜੋ ਆਫਿਸ ਖੋਲ੍ਹਣ ਦਾ ਮੇਰਾ ਜੋ ਮੋਟਿਵ ਸੀਗਾ ਪ੍ਰਭੂਜੋਤ ਐਜੂਕੇਸ਼ਨ ਕੰਸਲਟੈਂਟ, ਉਹ ਮੋਟਿਵ ਕਲੀਅਰ ਸੀਗਾ ਕਿ ਜੈਨੂਇਨ ਗਾਈਡੈਂਸ ਦੇਣੀ ਹੈ ਬੱਚਿਆਂ ਨੂੰ ਔਰ ਜੋ ਵੀ ਸਾਡੇ ਕਲਾਇੰਟਸ ਹੋਣਗੇ। ਪਲੱਸ ਟਰਾਂਸਪੇਰੈਂਸੀ ਬਰਤਨੀ ਹੈ। ਟਰਾਂਸਪੇਰੈਂਸੀ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਕਿਉਂਕਿ ਜਦੋਂ ਵੀ ਤੁਸੀਂ ਅੱਗੇ ਬੱਚੇ ਨੂੰ ਗਾਈਡ ਕਰਦੇ ਹੋ ਤਾਂ ਉਹਦਾ ਫਿਊਚਰ ਉਹਦੇ 'ਤੇ ਡਿਪੈਂਡ ਕਰਦਾ ਹੈ। ਤੋ ਔਰ ਉਹਦੇ 'ਚ ਕੋਈ ਧੋਖਾਧੜੀ ਨਹੀਂ ਹੋਣੀ ਚਾਹੀਦੀ ਹੈ, ਧਿਆਨ ਰੱਖਣ ਵਾਲੀ ਗੱਲ ਹੈ। ਕਿਉਂਕਿ ਅੱਜ ਇੱਕ ਕਾਲ ਆਈ ਸੀ ਮੈਨੂੰ ਬੱਚੇ ਦੀ ਔਰ ਬਹੁਤ ਬੁਰਾ ਫੀਲ ਹੁੰਦਾ ਹੈ ਜਦੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਇੱਦਾਂ ਕੁਝ ਹੁੰਦਾ ਹੈ ਕਿ ਲਾਈਕ ਟਰਾਂਸਪੇਰੈਂਸੀ ਨਹੀਂ ਹੁੰਦੀ ਹੈ। ਇੱਕ ਰਿਲੇਟਿਵ ਦੇ ਕਹਿਣ 'ਤੇ ਉਹਨਾਂ ਨੇ ਆਪਣਾ ਅਪਲਾਈ ਕਰ ਦਿੱਤਾ ਕਿਸੇ ਜਾਣਕਾਰ ਬੰਦੇ ਨੂੰ ਜੋ ਕਿ ਇਮੀਗ੍ਰੇਸ਼ਨ ਦਾ ਹੀ ਕੰਮ ਕਰਦੇ ਹੈ। ਉਹਨੇ ਅਪਲਾਈ ਕੀਤਾ, ਆਈ ਗੈਸ ਲੋਕਡਾਊਨ ਦੇ ਦੌਰਾਨ ਅਪਲਾਈ ਹੋਇਆ, ਪੂਰੇ ਅੱਛੀ ਤਰੀਕੇ ਨਾਲ ਗੱਲਬਾਤ ਕਰ ਨਹੀਂ ਪਾਇਆ। ਬਟ ਸਟਿਲ ਜਿੰਨਾ ਉਹਨੇ ਕਿ ਦੱਸਿਆ ਕਿ ਉਹਨੂੰ ਆਪਣੇ ਪ੍ਰੋਸੈਸ ਦੇ ਬਾਰੇ ਕੁਝ ਵੀ ਨਹੀਂ ਮਾਲੂਮ ਹੈ, ਉਹਦੀ ਫਾਈਲ ਲੱਗੀ ਤੱਕ ਨਹੀਂ ਹੈ। ਕਿਉਂਕਿ ਯੂਕੇ ਦੇ ਵਿੱਚ ਜਦੋਂ ਵੀ ਤੁਸੀਂ ਫਾਈਲ ਲੌਜਮੈਂਟ ਕਰਦੇ ਹੋ ਤਾਂ ਤੁਹਾਨੂੰ VFS ਜਾਣਾ ਪੈਂਦਾ ਫਾਈਲ ਲੌਜਮੈਂਟ ਵਾਸਤੇ, ਖੁਦ ਜਾਣਾ ਪੈਂਦਾ ਹੈ। ਤੁਹਾਡੇ ਬਾਇਓਮੈਟ੍ਰਿਕਸ ਹੁੰਦੀ ਹੈ, ਤੁਹਾਡਾ ਫੋਟੋਆਂ ਖਿਚਾਉਂਦੀ ਹੈ। ਉਸ ਬੱਚੇ ਨੇ ਆਪਣਾ ਨਾ ਤਾਂ ਬਾਇਓਮੈਟ੍ਰਿਕ ਦਿੱਤਾ ਹੈ, ਨਾ ਆਪਣੀ ਫੋਟੋਆਂ ਖਿਚਵਾਈਆਂ ਨੇ ਔਰ ਨਾ ਹੀ ਉਹ VFS ਗਿਆ ਹੈ ਔਰ ਏਜੰਟ ਨੇ ਉਹਨੂੰ ਇਹ ਕਹਿਤਾ ਕਿ ਤੁਹਾਡੀ ਫਾਈਲ ਲੌਜ ਹੋ ਚੁੱਕੀ ਹੈ। ਤਾਂ ਪਲੀਜ਼ ਜੈਨੂਇਨ ਗਾਈਡੈਂਸ ਜੋ ਬੰਦੇ ਦੇ ਰਹੇ ਨੇ ਉਹਨਾਂ ਨੂੰ ਫੋਲੋ ਕਰੋ, ਉਹਨਾਂ ਤੋਂ ਆਪਣੀ ਫਾਈਲ ਅਪਲਾਈ ਕਰੋ ਔਰ ਟਰਾਂਸਪੇਰੈਂਸੀ ਦਾ ਤੁਹਾਨੂੰ ਜ਼ਰੂਰ ਧਿਆਨ ਰੱਖਿਓ। ਸਿਰਫ ਇੱਧਰ ਉੱਧਰ ਦੀ ਗੱਲਾਂ 'ਚ ਆ ਕੇ ਆਪਣਾ ਫਾਈਲ ਕਿਸੇ ਵੀ ਏਜੰਟ ਦੇ ਥਰੂ ਫਾਈਲ ਨਾ ਪ੍ਰੋਸੈਸ ਕਰਾਇਓ। ਧਿਆਨ ਰੱਖਿਓ ਕਿ ਤੁਹਾਨੂੰ ਆਪਣੇ ਪ੍ਰੋਸੈਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਨਵਰੀ 2021 ਯੂਕੇ ਸਟੱਡੀ ਵੀਜ਼ਾ ਇਨਟੇਕ ਦੇ ਬਾਰੇ। ਪਹਿਲੇ ਤਾਂ ਨਵਾਂ ਪੁਆਇੰਟ ਸਿਸਟਮ ਕੀ ਹੈਗਾ ਉਹ ਤੁਹਾਨੂੰ ਐਕਸਪਲੇਨ ਕਰਨਾ ਚਾਹਾਂਗਾ। ਪਹਿਲੇ ਜੋ ਪੁਆਇੰਟ ਸਿਸਟਮ ਸੀਗਾ ਉਹਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਰਿਕੁਆਇਰਮੈਂਟ ਨਹੀਂ ਸੀਗੀ, ਕੋਈ ਵੀ ਟੈਸਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਸੀ। ਹੁਣ ਜਿਹੜਾ ਪੁਆਇੰਟ ਸਿਸਟਮ ਆਇਆ ਉਹਦੇ ਵਿੱਚ 70 ਪੁਆਇੰਟਸ ਚਾਹੀਦੇ ਔਰ 70 ਪੁਆਇੰਟਸ ਦੇ ਵਿੱਚ ਤੁਹਾਨੂੰ ਆਫਰ ਲੈਟਰ ਵੀ ਚਾਹੀਦੀ ਹੈ, ਤੁਹਾਨੂੰ ਫੰਡਸ ਵੀ ਚਾਹੀਦੇ ਹੈ, ਤੁਹਾਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਟੈਸਟ ਵੀ ਅਪੀਅਰ ਹੋਣਾ ਪੈਣਾ। ਔਰ ਉਹਦੇ ਵਿੱਚ ਜਦੋਂ ਇਹ ਸਾਰੀ ਚੀਜ਼ਾਂ ਤੁਸੀਂ ਕਲੀਅਰ ਕਰੋਗੇ ਤਦ ਜਾ ਕੇ ਤੁਹਾਡੇ 70 ਪੁਆਇੰਟਸ ਬਣੋਗੇ ਔਰ ਤਦ ਤੁਸੀਂ ਯੂਕੇ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹੋ। ਤਾਂ ਪਹਿਲੇ ਤਾਂ ਤੁਹਾਨੂੰ ਜਦੋਂ ਅਪਲਾਈ ਕਰਦੇ ਹੋ ਤਾਂ ਕਿੱਦਾਂ ਪ੍ਰੋਸੈਸ ਫੋਲੋ ਕਰਨਾ ਹੈ, ਉਹਦੇ ਵਿੱਚ ਤੁਹਾਨੂੰ ਅਕੈਡਮਿਕਸ ਡਾਕੂਮੈਂਟਸ ਆਪਣੇ ਸਬਮਿਟ ਕਰਨੇ ਹੈ ਯੂਨੀਵਰਸਿਟੀ ਜਾਂ ਕਾਲਜ ਜੋ ਵੀ ਜਿੱਥੇ ਵੀ ਤੁਸੀਂ ਅਪਲਾਈ ਕਰ ਰਹੇ ਹੋ। ਔਰ ਪਲੱਸ ਤੁਹਾਡੇ ਪਾਸਪੋਰਟ ਆਉਣਾ ਚਾਹੀਦਾ, ਤੁਹਾਡੇ ਕੋਲ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਜਿਹਦੀ ਵੈਲਿਡਿਟੀ ਮੋਰ ਦੈਨ 6 ਮੰਥਸ ਹੋਣੀ ਚਾਹੀਦੀ ਹੈ। ਕਿਉਂਕਿ ਜੋ ਵੀ ਤੁਸੀਂ ਪ੍ਰੋਗਰਾਮ ਚੂਜ਼ ਕਰਦੇ ਹੋ ਫੁੱਲ ਟਾਈਮ ਪ੍ਰੋਗਰਾਮ ਦਾ ਉਹ ਮੋਰ ਦੈਨ 6 ਮੰਥਸ ਦਾ ਹੁੰਦਾ ਹੈ, ਨਾ ਕਿ 6 ਮੰਥ ਤੋਂ ਥੱਲੇ ਹੁੰਦਾ ਹੈ। ਤਾਂ ਜੋ 6 ਮੰਥ ਤੋਂ ਥੱਲੇ ਪ੍ਰੋਗਰਾਮ ਹੈਗਾ ਉਹ ਸ਼ਾਰਟ ਟਾਈਮ ਡਿਊਰੇਸ਼ਨ ਹੁੰਦਾ ਪੜ੍ਹਾਈ ਦਾ। ਆਪਾਂ ਜੋ ਪੜ੍ਹਾਈ ਜੋ ਬੱਚਿਆਂ ਨੂੰ ਗਾਈਡ ਕਰਦੇ ਆ ਉਹ ਫੁੱਲ ਟਾਈਮ ਪ੍ਰੋਗਰਾਮ ਹੁੰਦਾ ਹੈ ਜਿਹਦੀ ਡਿਊਰੇਸ਼ਨ ਘੱਟ ਤੋਂ ਘੱਟ 1 ਸਾਲ ਤੋਂ ਹੁੰਦੀ ਹੈ, 1 ਸਾਲ ਹੁੰਦੀ ਹੈ। ਤੋ ਜੋ ਵੀ ਆਪਣਾ ਤੁਸੀਂ ਅਕੈਡਮਿਕ ਡਾਕੂਮੈਂਟ ਸਬਮਿਟ ਕਰੋਗੇ ਜਦੋਂ ਯੂਨੀਵਰਸਿਟੀ ਨੂੰ ਵੈਲਿਡ ਪਾਸਪੋਰਟ ਦੇ ਨਾਲ ਔਰ ਪਲੱਸ ਤੁਸੀਂ ਆਪਣਾ ਜਿਹੜਾ ਹੈਗੇ ਆ ਆਇਲਸ ਸਕੋਰ ਜਾਂ PT ਦਾ ਸਕੋਰ ਜਾਂ UKVI ਦਾ ਸਕੋਰ ਜਦੋਂ ਤੁਸੀਂ ਸਬਮਿਟ ਕਰੋਗੇ ਤਦ ਤੁਹਾਡੀ ਜਾ ਕੇ ਕੰਡੀਸ਼ਨਲ ਆਫਰ ਲੈਟਰ ਪ੍ਰੋਸੈਸ ਹੋਣਾ ਸ਼ੁਰੂ ਹੋਏਗੀ। ਔਰ ਹੋ ਸਕਦਾ ਹੈ ਕਿ ਯੂਨੀਵਰਸਿਟੀ ਤੁਹਾਡਾ ਜੋ ਹੈ ਇੰਟਰਵਿਊ ਵੀ ਲੈ ਲਵੇ, ਵੀਡੀਓ ਇੰਟਰਵਿਊ ਤੁਹਾਡਾ ਹੋਏਗਾ
ਲਾਈਕ ਸਕਾਈਪ ਤੇ ਵੀ ਹੋ ਸਕਦਾ ਹੈ, ਹੋਰ ਵੀ ਲਾਈਕ ਇੰਟਰਵਿਊ ਤੁਹਾਡਾ ਸੈਸ਼ਨ ਜ਼ਰੂਰ ਹੋ ਸਕਦਾ ਹੈ। ਮੋਸਟ ਆਫ ਦਾ ਟਾਈਮ ਜਿਹੜਾ ਹੈਗੀ ਯੂਨੀਵਰਸਿਟੀਜ਼ ਇੰਟਰਵਿਊਜ਼ ਲੈਂਦੀਆਂ ਨੇ ਬੱਚੇ ਦਾ। ਨੋਰਮਲ ਇੰਟਰਵਿਊ ਹੁੰਦਾ ਹੈ ਲਾਈਕ 10 ਮਿੰਟਸ ਦਾ 5 ਮਿੰਟਸ ਦਾ ਤੁਹਾਡਾ ਇੰਟਰਵਿਊ ਹੋਏਗਾ, ਜਿਹਦੇ ਵਿੱਚ ਉਹ ਪੁੱਛਦੇ ਨੇ ਕਿ ਤੁਸੀਂ ਕਿਉਂ ਸਾਡੀ ਯੂਨੀਵਰਸਿਟੀ ਨੂੰ ਜਾਂ ਕਿਉਂ ਤੁਸੀਂ UK ਨੂੰ ਚੂਜ਼ ਕੀਤਾ ਫॉर योर ਹਾਇਰ ਸਟੱਡੀਜ਼। ਜਦੋਂ ਤੁਸੀਂ ਇਹ ਕਲੀਅਰ ਕਰ ਲੈਂਦੇ ਹੋ ਤਾਂ ਤੁਹਾਨੂੰ ਆਫਰ ਲੈਟਰ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ। ਉਹਦੇ ਬਾਅਦ ਜਾ ਕੇ ਤੁਹਾਡਾ ਪ੍ਰੋਸੈਸ ਜਿਹੜਾ ਹੈਗਾ ਉਹ ਫਾਈਨੈਂਸ਼ੀਅਲ ਵਾਲਾ ਸਟਾਰਟ ਹੁੰਦਾ ਹੈ, ਜਿਹਦੇ ਵਿੱਚ ਯੂਨੀਵਰਸਿਟੀ ਤੁਹਾਡੇ ਤੋਂ 28 ਡੇਜ਼ 올ਡ ਫੰਡ ਮੰਗਦੀ ਹੈ। 28 ਡੇਜ਼ 올ਡ ਫੰਡ ਕਿੱਦਾਂ ਕੈਲਕੂਲੇਟ ਕਰਨੇ ਉਹ ਤੁਹਾਨੂੰ ਦੱਸ ਦਿੰਦਾ ਹੈ। ਪਹਿਲੇ ਤਾਂ 1 ਸਾਲ ਦੀ ਫੀਸ ਤੁਹਾਨੂੰ ਉਹਦੇ ਵਿੱਚ ਸਾਰੀ ਦਿਖਾਣੀ ਪੈਂਦੀ ਹੈ। 1 ਸਾਲ ਦੀ ਫੀਸ ਵਿੱਚੋਂ ਜਿੰਨਾ ਵੀ ਤੁਸੀਂ ਟਿਊਸ਼ਨ ਡਿਪੋਜ਼ਿਟ ਦਿਖਾ ਰਹੇ ਹੋ ਉਹਨੂੰ ਲੈਸ ਕਰਕੇ ਜਿੰਨਾ ਵੀ ਅਮਾਊਂਟ ਬਚਦੀ ਹੈ ਉਹ ਤੁਸੀਂ 28 ਡੇਜ਼ 올ਡ ਦਿਖਾਣੇ ਹੈ। ਪਲੱਸ ਤੁਹਾਡਾ ਲਿਵਿੰਗ ਐਕਸਪੈਂਸਿਸ ਹੋਏਗਾ। ਲਿਵਿੰਗ ਐਕਸਪੈਂਸਿਸ 9 ਮੰਥਸ ਦਾ 올ਡ ਹੋਣਾ ਚਾਹੀਦਾ। 9 ਮੰਥਸ 올ਡ ਕਿੱਦਾਂ? ਅਗਰ ਜੇ ਤੁਸੀਂ ਆਊਟਰ ਲੰਡਨ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ 9 ਮੰਥਸ 올ਡ ਹੋਏਗੇ ਕਰੀਬਨ 9,500 ਪਾਉਂਡ, ਜੋ ਕਿ ਤੁਹਾਨੂੰ ਦਿਖਾਣਾ ਪਊਗਾ। ਅਗਰ ਇਨਰ ਲੰਡਨ ਵਿੱਚ ਜਾ ਰਹੇ ਹੋ, ਅਗਰ ਕੋਈ ਤੁਹਾਡੀ ਯੂਨੀਵਰਸਿਟੀ ਤੁਸੀਂ ਚੂਜ਼ ਕੀਤੀ ਹੈ ਜੋ ਕਿ ਇਨਰ ਲੰਡਨ ਦੇ ਵਿੱਚ ਹੈ, ਲੰਡਨ ਦੇ ਸ਼ਹਿਰ ਦੇ ਅੰਦਰ ਹੈਗੀ ਹੈ, तो तुसी 11,500 पाउंड करीबन शो करने हैं 9 मंथ्स वास्ते। तो तुहानू किद्दां कैलकुलेट करने अपने फंड्स? 1 साल की ट्यूशन फीस हो गई जो कि स्टार्ट हो जाती है करीबन 11,000 पाउंड तो 11,000 पाउंड तो लेके 20,000 25,000 पाउंड कुछ भी हो सकती है ट्यूशन फीस। और प्लस तुहानू 9 मंथ्स का लिविंग एक्सपेंसिस तुहानू शो करने हैं। ये जो अमाउंट बनूगी वो तुहानू 28 डेज ओल्ड करने पुराने करने दिखाने पाओगे। और उसके बाद तुहानू एक लैटर इशू की जाती है जिन्होंने बोलते कैश लैटर। तो जो फाइनल ऑफर लैटर होंगी है उन्होंने कैश बोलते हैं। जो कैश आ जाती है तो उसके बाद तुसी अपनी फाइल प्रोसैस कर सकते हो यूके एम्बेसी दे विच, जो कि तुहानू VFS के थ्रू लॉन्च करनी होंदी है। अगेन मैं तुहानू दस दूँगा जो कैश आती है तुहाडी यूनीवर्सिटी वालों वो किस बेस पर आऊगी? पहले तो तुहाडे अकैडमिक्स हो गए, तुहाडी आइल्स प्रोफिशेंसी हो गई, तुहाडे फंड्स हो गए। इस बेस पर तुहाडी ऑफर लैटर जो आ जाती है तब तुहानू यूके एम्बेसी जो वैबसाइट है वो जाके ऑनलाइन फॉर्म सबमिशन करना होंदा है। ਉਹਦੇ ਵਿੱਚ ਤੁਹਾਨੂੰ ਸਾਰੀ ਡਿਟੇल्स ਮੈਂਸ਼ਨ ਕਰਨੀ ਹੁੰਦੀ ਹੈ। ਤੁਸੀਂ ਕਿਹੜੀ ਪੜ੍ਹਾਈ ਵਾਸਤੇ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ, ਕਿੰਨਾ ਕੁ ਤੁਹਾਡਾ ਖਰਚਾ ਹੈ, ਸਾਰਾ ਚੀਜ਼ ਤੁਹਾਨੂੰ ਬੇਅਰ ਕਰਨਾ ਹੈ। ਉਹ ਮਤਲਬ ਉਹਦੇ 'ਚ ਦੱਸਣਾ ਹੁੰਦਾ। ਉਹਦੇ ਬਾਅਦ ਜਾ ਕੇ ਤੁਸੀਂ ਆਪਣਾ अपॉइंटमेंट लेंदे हो, फीस पे करते हो, एम्बेसी फीस पे करते हो और इंश्योरेंस पे करते हो। और फिर जाके तुहानू एक अपॉइंटमेंट डेट मिलती है। अपॉइंटमेंट डेट कित्थे दी मिलती है? VFS UK दी मिलती है, जिथे जाके तुसी जिस दिन तुहानू अपॉइंटमेंट मिलूगी उस दिन तुसी VFS UK ते जाओगे और तुसी जाके अपनी फाइल नू मैनुअली सबमिट करते हो। जो भी तुहाडे डॉक्यूमेंट्स है लाइक तुहाडे अकैडमिक्स हो गए, तुहाडे कैश लैटर हो गई, तुहाडे फाइनैंशियल्स हो गए, ये सारी चीज़ों लेके तुसी UK VFS ਦੇ ਵਿੱਚ ਜਦੋਂ सबमिट करते हो ਤੁਹਾਡਾ ਉੱਥੇ बायोमैट्रिक्स होंदी है, ਤੁਹਾਡੀ फोटो खिंचाती है, ਉਹਦੇ बाद जाके ਤੁਹਾਡੀ फाइल लॉजमेंट होंदी है। तो ये पूरा इंटायर प्रोसैस हैगा UK ਦਾ। और UK ਦਾ जो प्रोसैसिंग टाइम हैगा वो भी डिपेंड करता है कि तुसी ਕਿਹੜੀ वीज़ा कैटेगरी कि प्रायरिटी वीज़ा चूज़ कर रहे हो या सुपर प्रायरिटी वीज़ा चूज़ कर रहे हो या जनरल अप्लाई कर रहे हो। तुसी जो जनरल अप्लाई करोगे तो उसकी फीस करीबन एम्बेसी फीस जी है 35,000 रुपये के करीब हैगी है, डिपेंडिंग ऑन पाउंड का रेट जो चल रहा है। अगेन जो आप आगे बढ़ते हैं तो तुहानू एक तो तुहाडी हो गई एम्बेसी फीस जो तुहानू सबमिट करनी है। जो तुहाडी फॉर्म सबमिशन करते हो तुसी UK गवर्नमेंट की UK इमीग्रेशन की वैबसाइट दे विच उसी टाइम तुसी एम्बेसी फीस पे करते हो। तो जो तुसी VFS दे विच अपनी फाइल लॉजमेंट कर देंगे हो उसके बाद तुसी प्रोसैसिंग टाइम कैलकुलेट करना शुरू कर सकते हो किन्ने के टाइम दे विच तुहाडा वीज़ा आंदा है। अगेन UK दे विच जो वीज़ा आना शुरू हो चुके हैं, काफ़ी टाइम हो गया हुण UK के वीज़े आंदे हुए हैं। और UK दे विच जो वीज़ा लग के आंदा स्टिकर लग के आंदा है, बकायदा पासपोर्ट से तुहाडे स्टिकर लग के आंदा है। और अगेन मैं तुहानू यही कहना चाहता कि जनवरी 2021 इनटेक जो हैगा जिहदे विच तुसी अप्लाई कर सकते हो। बस एक शर्त हैगी है कि जो पहले बच्चे विदाउट एल्स एप्लीकेशन पा रहे सी हुणे विदाउट एल्स एप्लीकेशन बंद हुई पई है और तुहानू नवे पॉइंट सिस्टम के अकॉर्डिंगली इंग्लिश प्रोफिशेंसी टैसट विच अपीयर होना पैना। भावें तुसी आइल्स विच अपीयर हो, भावें तुसी PT दित्ती हो, भावें तुसी UK VI दिता हो।
ਅਗੇਨ ਮੈਂ ਤੁਹਾਨੂੰ ਦੱਸ ਦਵਾਂ, ਅਗਰ ਜੇ ਤੁਸੀਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਾਸਤੇ ਜਾਂਦੇ ਹੋ ਤਾਂ ਐਟਲੀਸਟ 6 ਬੈਂਡ ਈਚ ਮੋਡਿਊਲ ਤੁਹਾਨੂੰ ਚਾਹੀਦੇ ਹੈ, ਅਗਰ ਜੇ ਤੁਹਾਨੂੰ ਵਧੀਆ ਯੂਨੀਵਰਸਿਟੀ ਦੇ ਵਿੱਚ ਦਾਖਲਾ ਚਾਹੀਦਾ। ਅਗਰ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਜਾਂਦੇ ਹੋ, ਲਾਈਕ ਬੈਚਲਰਸ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ 6 ਬੈਂਡ ਈਚ ਮੋਡਿਊਲ ਜਾਂ 6 ਬੈਂਡ ਓਵਰਆਲ ਦੋ 'ਚ 5.5 ਬੈਂਡ ਵੀ ਹੋਣਗੇ ਤਾਂ ਵੀ ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਆਈ ਹੋਪ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋ। ਅਗਰ ਜੇ ਤੁਹਾਨੂੰ ਯੂਕੇ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਔਰ ਅਗਰ ਜੇ ਤੁਸੀਂ ਕੋਈ ਡਾਊਟਸ ਹੈ ਤੁਹਾਡੇ ਮਨ ਦੇ ਵਿੱਚ, ਜੇ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਮਤਲਬ ਆਪਣੇ ਸਪਾਊਸ ਔਰ ਆਪਣੇ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਹੋ ਯੂਕੇ ਦੇ ਵਿੱਚ ਸਟੱਡੀ ਵੀਜ਼ਾ ਵਾਸਤੇ, ਤੁਸੀਂ ਜਾ ਸਕਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਅਗੇਨ ਦ ਥਿੰਗ ਇਜ਼ ਫੰਡਿੰਗ ਦਾ ਧਿਆਨ ਰੱਖਣਾ ਹੈ, ਫੰਡਿੰਗ ਕਿੰਨੀ ਜ਼ਰੂਰਤ ਹੈਗੀ ਹੈ, ਤਾਂ ਉਹ ਫੰਡਿੰਗ ਤੁਹਾਨੂੰ ਪ੍ਰੋਪਰਲੀ ਕੈਲਕੂਲੇਟ ਕਰਨੀ ਪੈਣੀ ਔਰ ਮੈਨੇਜ ਵੀ ਕਰਨੀ ਪੈਣੀ ਹੈ। ਜੋ ਬੱਚੇ ਕਹਿੰਦੇ ਆ ਕਿ ਮੇਰਾ ਗੈਪ ਹੈ ਪੜ੍ਹਾਈ ਦੇ ਵਿੱਚ, ਤਾਂ ਉਹਨਾਂ ਨੂੰ ਵੀ ਵਰੀ ਕਰਨ ਦੀ ਲੋੜ ਨਹੀਂ ਹੈ। ਯੂਕੇ ਦੇ ਵਿੱਚ ਤੁਹਾਡੇ ਅਗਰ ਜੇ ਭਾਵੇਂ ਜਿੰਨੇ ਵੀ ਮਰਜ਼ੀ ਸਾਲ ਦਾ ਗੈਪ ਹੋਏ, ਤੁਸੀਂ ਉਹਨੂੰ ਕਵਰ ਕਰ ਸਕਦੇ ਹੋ। ਕਵਰ ਕਿੱਦਾਂ ਕਰਨਾ ਹੈ ਕਿ ਤੁਸੀਂ ਉਸ ਗੈਪ ਦੇ ਵਿੱਚ ਕੀ ਕੀਤਾ ਹੋਇਆ, ਤੁਹਾਨੂੰ ਉਹ ਸਾਰਾ ਚੀਜ਼ ਦੱਸਣਾ ਹੈ ਐਮਬੈਸੀ ਨੂੰ, ਨਾਲ ਹੀ ਯੂਨੀਵਰਸਿਟੀ ਨੂੰ ਵੀ ਦੱਸਣਾ ਹੈ। ਫੋਰ ਐਗਜ਼ਾਮਪਲ, ਅਗਰ ਜੇ ਤੁਸੀਂ ਪੜ੍ਹਾਈ ਕੰਪਲੀਟ ਕੀਤੀ ਹੋਏ 5 ਸਾਲ ਹੋ ਚੁੱਕੇ ਨੇ ਔਰ ਤੁਹਾਡੇ ਕੋਲ ਪਿਛਲੇ 5 ਸਾਲ ਦਾ ਐਕਸਪੀਰੀਅੰਸ ਹੈ, ਵਰਕ ਐਕਸਪੀਰੀਅੰਸ ਹੈ, ਤੁਸੀਂ ਉਹ ਚੀਜ਼ ਸ਼ੋਅ ਕਰਨੀ ਹੈ ਔਰ ਉਹਦੇ ਬੇਸ 'ਤੇ ਤੁਹਾਡੀ ਫਾਈਲ ਪ੍ਰੋਸੈਸ ਹੋਣੀ ਹੈ ਔਰ ਤੁਹਾਡਾ ਵੀਜ਼ਾ ਲੱਗਣਾ। ਅਗੇਨ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਚੀਜ਼ ਸਮਝਾਤਾ, ਪੂਰਾ ਪ੍ਰੋਸੈਸ ਸਮਝਾਤਾ। ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਗਾ, ਸਮਝ ਆਇਆ ਹੋਗਾ। ਔਰ ਅਗਰ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੋਏਗਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਅਗੇਨ ਕਾਲ ਕਰਨ ਦੇ ਵਾਸਤੇ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 9780431186। ਅਗੇਨ ਮੈਂ ਨੰਬਰ ਰਿਪੀਟ ਕਰ ਦੇਣਾ 9780431186। WhatsApp 'ਤੇ ਵੀ ਇਹੀ ਨੰਬਰ ਹੈਗਾ, ਤੁਸੀਂ ਮੈਨੂੰ WhatsApp 'ਤੇ ਵੀ ਮੈਸੇਜ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਵਧੀਆ ਲੱਗੀ ਉਹ ਵੀਡੀਓ ਅੱਜ ਲਾਈਵ ਸੈਸ਼ਨ। ਔਰ ਯੂਕੇ ਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਗੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਔਰ ਇੱਕ ਰਿਕੁਐਸਟ ਹੈਗੀ ਹੈ, ਅਗਰ ਜੇ ਤੁਹਾਨੂੰ ਵਧੀਆ ਲੱਗਿਆ ਹੋ ਵੀਡੀਓ ਤਾਂ ਪਲੀਜ਼ ਆਪਣੇ ਨੀਅਰ ਐਂਡ ਡੀਅਰ ਵਨਸ ਤੱਕ ਸ਼ੇਅਰ ਕਰ ਦਿਓ। ਔਰ ਜੋ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਜਨਵਰੀ 2021 ਇਨਟੇਕ ਵਿੱਚ ਯੂਕੇ ਦੇ ਸਟੱਡੀ ਵੀਜ਼ਾ ਵਾਸਤੇ, ਉਹਨਾਂ ਨੂੰ ਵੀ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ। ਐਂਡ ਥੈਂਕ ਯੂ ਸਾਰਿਆਂ ਦਾ ਸਾਨੂੰ ਸੋਸ਼ਲ ਨੈਟਵਰਕਿੰਗ ਦੇ ਵਿੱਚ ਸਪੋਰਟ ਕਰਨ ਵਾਸਤੇ, ਸੋਸ਼ਲ ਮੀਡੀਆ ਦੇ ਵਿੱਚ ਸਪੋਰਟ ਕਰਨ ਵਾਸਤੇ, ਲਾਈਕ ਫੇਸਬੁੱਕ ਹੋ ਗਿਆ, ਯੂਟਿਊਬ ਹੋ ਗਿਆ, ਈਵਨ WhatsApp 'ਤੇ ਵੀ ਬਹੁਤ ਸਾਰੇ ਮੈਸੇਜਸ ਆਉਂਦੇ ਮੈਨੂੰ। ਅਤੇ ਮੈਂ ਟਰਾਈ ਕਰਦਾ ਕਿ ਲੋਕਾਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰਾਂ ਔਰ ਜੈਨੂਇਨਲੀ ਗਾਈਡ ਕਰਾਂ ਅਤੇ ਨਾਲ ਟਰਾਂਸਪੇਰੈਂਸੀ ਵੀ ਬਰਕਰਾਰ ਰੱਖਾਂ। ਔਰ ਬਸ ਇੱਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ, ਸਾਰਿਆਂ ਦਾ ਆਸ਼ੀਰਵਾਦ ਚਾਹੀਦਾ। ਜਾਂਦੇ ਜਾਂਦੇ ਸਾਰਿਆਂ ਨੂੰ ਹੈਪੀ ਨਵਰਾਤਰ ਵਿਸ਼ ਕਰਨਾ ਚਾਹਾਂਗਾ, ਦੁਸਹਿਰਾ ਦੀ ਸਾਰਿਆਂ ਨੂੰ ਸ਼ੁਭਕਾਮਨਾएं। ਔਰ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖੇ, ਖੁਸ਼ ਰੱਖੇ ਔਰ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਸਾਰਿਆਂ ਦਾ ਵਾਚ ਕਰਨ ਵਾਸਤੇ। ਥੈਂਕ ਯੂ।